ਮੇਰੇ ਬਹੁਤ ਹੀ ਪਿਆਰੇ ਵਿਦਿਆਰਥੀਓ, ਅੱਜ ਦੇ ਇਸ ਸੈਸ਼ਨ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ 10ਵੀਂ ਜਮਾਤ ਦੀ ਸਮਾਜਿਕ ਸਿੱਖਿਆ ਦੇ ਇਤਿਹਾਸ ਭਾਗ ਵਿਚਲੇ 7ਵੇਂ ਪਾਠ ਰਣਜੀਤ ਸਿੰਘ, ਮੁੱਢਲਾ ਜੀਵਨ, ਪ੍ਰਾਪਤੀਆਂ ਅਤੇ ਅੰਗਰੇਜ਼ਾਂ ਨਾਲ ਸੰਬੰਧ ਦਾ ਭਾਗ ਪਹਿਲਾ ਲੈ ਕੇ ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਸਿੱਖਿਆ ਅਧਿਆਪਕ, ਜ਼ਿਲ੍ਹਾ ਕਪੂਰਥਲਾ ਤੋਂ। ਤਾਂ ਚਲੋ ਬੱਚਿਓ, ਸ਼ੁਰੂ ਕਰਦੇ ਹਾਂ ਅੱਜ ਦਾ ਇਹ ਸੈਸ਼ਨ, ਜਿਸ ਵਿੱਚ ਸਭ ਤੋਂ ਪਹਿਲਾਂ ਅਸੀਂ ਕੁਝ ਕੁਐਸਚਨਸ ਉੱਪਰ ਝਾਤ ਮਾਰਾਂਗੇ। ਵਿਦਿਆਰਥੀਓ, ਅੱਜ ਦਾ ਇਸ ਸੈਸ਼ਨ ਨੂੰ ਮੈਂ ਸ਼ੁਰੂ ਕਰਾਂ, ਮੇਰੀ ਆਪ ਸਭ ਨੂੰ ਰਿਕੁਐਸਟ ਹੈ ਕਿ ਆਪ ਸਭ ਨੇ ਇਹਨਾਂ ਸਾਰੇ ਕੁਐਸਚਨਸ ਨੂੰ ਪਲੀਜ਼ ਨੋਟ ਕਰ ਲੈਣਾ ਹੈ, ਕਿਉਂਕਿ ਅੱਜ ਦਾ ਇਹ ਸਾਰਾ ਸੈਸ਼ਨ ਇਹਨਾਂ ਕੁਐਸਚਨ ਦੇ ਇਰਦ ਗਿਰਦ ਹੀ ਘੁੰਮੇਗਾ ਅਤੇ ਤੁਹਾਨੂੰ ਇਸ ਸੈਸ਼ਨ ਵਿੱਚੋਂ ਬਹੁਤ ਸਾਰੀਆਂ ਗੱਲਾਂ ਇਹਨਾਂ ਕੁਐਸਚਨ ਦੇ ਕਾਰਨ ਹੀ ਸਮਝ ਆ ਜਾਣਗੀਆਂ। ਸੋ ਬੱਚਿਓ, ਅੱਜ ਦਾ ਪਹਿਲਾ ਕੁਐਸਚਨ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ। ਇਸ ਤੋਂ ਬਾਅਦ ਬੱਚਿਓ ਦੂਸਰਾ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿਸ ਮਿਸਲ ਵਿੱਚ ਹੋਇਆ। ਸੋ ਬੱਚਿਓ, ਇਹ ਦੋਨੋਂ ਕੁਐਸਚਨ ਬਹੁਤ ਇੰਪੋਰਟੈਂਟ ਹਨ। ਇਸ ਤੋਂ ਬਾਅਦ ਬੱਚਿਓ ਮਹਾਰਾਜਾ ਰਣਜੀਤ ਸਿੰਘ ਨੂੰ ਬਚਪਨ ਵਿੱਚ ਕਿਹੜੀ ਬਿਮਾਰੀ ਨੇ ਘੇਰ ਲਿਆ ਸੀ। ਇਸ ਤੋਂ ਬਾਅਦ ਬੱਚਿਓ ਇਹ ਕੁਐਸਚਨ ਵੀ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਤੋਂ ਕੀ ਭਾਵ ਹੈ। ਸੋ ਤੁਸੀਂ ਧਿਆਨ ਨਾਲ ਸੁਣਨਾ ਹੈ। ਸੈਸ਼ਨ ਵਿੱਚ ਤਿੱਕੜੀ ਦੀ ਸਰਪ੍ਰਸਤੀ ਦੇ ਕਾਲ ਬਾਰੇ ਮੈਂ ਤੁਹਾਨੂੰ ਦੱਸਾਂਗਾ। ਇਸ ਤੋਂ ਬਾਅਦ ਬੱਚਿਓ ਨੈਕਸਟ ਕੁਐਸਚਨ ਹੈ ਕਿ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਕਦੋਂ ਪ੍ਰਾਪਤ ਹੋਈ। ਤੇ ਲਾਸਟ ਕੁਐਸਚਨ ਹੈ ਬੱਚਿਓ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਕਿਹੜੀ ਅਤੇ ਇਹ ਜਿੱਤ ਉਸ ਨੂੰ ਕਦੋਂ ਪ੍ਰਾਪਤ ਹੋਈ ਸੀ। ਸੋ ਚਲੋ ਬੱਚਿਓ, ਅੱਜ ਦਾ ਇਹ ਸੈਸ਼ਨ ਸ਼ੁਰੂ ਕਰਦੇ ਹਾਂ ਅਤੇ ਜਾਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀਵਨ ਬਾਰੇ। ਹੁਣ ਵਿਦਿਆਰਥੀਓ, ਅਸੀਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਵਿੱਚ ਸ਼ੁਕਰ ਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੇ ਘਰ ਹੋਇਆ। ਉਹ ਇਸ ਮਿਸਲ ਦੇ ਬਾਨੀ ਸਰਦਾਰ ਚੜ੍ਹਤ ਸਿੰਘ ਦਾ ਪੋਤਰਾ ਸੀ। ਉਸ ਦੀ ਮਾਤਾ ਦਾ ਨਾਂ ਰਾਜ ਕੌਰ ਸੀ। ਉਹ ਜੀਂਦ ਦੇ ਸਰਦਾਰ ਗਜਪਤ ਸਿੰਘ ਦੀ ਪੁੱਤਰੀ ਸੀ। ਕਿਉਂਕਿ ਰਾਜ ਕੌਰ ਪੰਜਾਬ ਦੇ ਮਾਲਵੇ ਦੇ ਇਲਾਕੇ ਦੀ ਜੰਮਪਲ ਸੀ, ਇਸ ਲਈ ਉਸ ਨੂੰ ਮਾਈ ਮਲਵੈਣ ਵੀ ਕਿਹਾ ਜਾਂਦਾ ਸੀ। ਹੁਣ ਬੱਚਿਓ, ਆਪਾਂ ਰਣਜੀਤ ਸਿੰਘ ਦੇ ਬਚਪਨ ਅਤੇ ਉਸ ਦੀ ਸਿੱਖਿਆ ਸੰਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਾਂ। ਵਿਦਿਆਰਥੀਓ, ਰਣਜੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਨੂੰ ਬਚਪਨ ਵਿੱਚ ਬੜੇ ਲਾਡਾਂ ਅਤੇ ਚਾਵਾਂ ਨਾਲ ਪਾਲਿਆ ਗਿਆ ਸੀ। ਜਦੋਂ ਉਹ 5 ਕੁ ਸਾਲਾਂ ਦਾ ਹੋਇਆ ਤਾਂ ਉਸ ਨੂੰ ਸਿੱਖਿਆ ਪ੍ਰਾਪਤ ਕਰਨ ਲਈ ਗੁਜਰਾਂਵਾਲਾ ਵਿਖੇ ਹੀ ਭਾਈ ਭਾਗੂ ਸਿੰਘ ਦੀ ਧਰਮਸ਼ਾਲਾ ਵਿੱਚ ਭੇਜਿਆ ਗਿਆ। ਪਰ ਉਸ ਨੂੰ ਬਾਕੀ ਦੇ ਸਰਦਾਰਾਂ ਦੇ ਪੁੱਤਰਾਂ ਵਾਂਗ ਪੜ੍ਹਾਈ ਲਿਖਾਈ ਵਿੱਚ ਕੋਈ ਵਿਸ਼ੇਸ਼ ਦਿਲਚਸਪੀ ਨਹੀਂ ਸੀ, ਇਸ ਲਈ ਉਹ ਅਨਪੜ੍ਹ ਹੀ ਰਹਿ ਗਿਆ। ਉਹ ਆਪਣਾ ਬਹੁਤਾ ਸਮਾਂ ਸ਼ਿਕਾਰ ਖੇਡਣ, ਘੋੜਸਵਾਰੀ ਕਰਨ ਅਤੇ ਤਲਵਾਰਬਾਜ਼ੀ ਸਿੱਖਣ ਵਿੱਚ ਹੀ ਬਿਤਾਉਂਦਾ। ਇਸੇ ਲਈ ਬੱਚਿਓ, ਉਹ ਆਪਣੇ ਬਚਪਨ ਵਿੱਚ ਹੀ ਇੱਕ ਚੰਗਾ ਘੋੜਸਵਾਰ, ਤਲਵਾਰਬਾਜ਼ ਅਤੇ ਇੱਕ ਮਹਾਨ ਤੀਰਅੰਦਾਜ਼ ਬਣ ਗਿਆ। ਵਿਦਿਆਰਥੀਓ, ਬਚਪਨ ਵਿੱਚ ਹੀ ਰਣਜੀਤ ਸਿੰਘ ਉੱਤੇ ਚੇਚਕ ਦੀ ਬਿਮਾਰੀ ਦਾ ਬੜਾ ਸਖਤ ਹਮਲਾ ਹੋਇਆ। ਇੱਕ ਵਾਰੀ ਤਾਂ ਉਸ ਦੇ ਬਚਣ ਦੀ ਵੀ ਆਸ ਨਹੀਂ ਸੀ ਰਹੀ, ਪਰ ਪੰਜਾਬ ਦੇ ਚੰਗੇ ਭਾਗਾਂ ਨੂੰ ਰਣਜੀਤ ਸਿੰਘ ਕੁਝ ਦਿਨਾਂ ਪਿੱਛੋਂ
ਠੀਕ ਹੋ ਗਿਆ। ਪਰ ਬੱਚਿਓ, ਉਸ ਦੇ ਚਿਹਰੇ ਉੱਪਰ, ਉਸ ਦੇ ਮੂੰਹ ਉੱਪਰ ਚੇਚਕ ਦੇ ਦਾਗ ਸਦਾ ਲਈ ਰਹਿ ਗਏ ਅਤੇ ਇਸ ਨਾਮੁਰਾਦ ਬਿਮਾਰੀ ਕਾਰਨ ਹੀ ਉਸ ਦੀ ਖੱਬੀ ਅੱਖ ਵੀ ਜਾਂਦੀ ਰਹੀ। ਬੱਚਿਓ, ਰਣਜੀਤ ਸਿੰਘ ਬਾਲ ਅਵਸਥਾ ਵਿੱਚ ਹੀ ਸ਼ੂਰਵੀਰ ਯੋਧਾ ਬਣ ਗਿਆ ਸੀ। ਜਦੋਂ ਉਹ ਅਜੇ 10 ਕੁ ਸਾਲਾਂ ਦਾ ਸੀ ਤਾਂ ਉਸ ਨੇ ਸਹੋਦਰਾ ਦੀ ਮੁਹਿੰਮ ਵਿੱਚ ਆਪਣੇ ਪਿਤਾ ਦਾ ਸਾਥ ਦਿੱਤਾ ਸੀ। ਉਸ ਨੇ ਇਸ ਮੁਹਿੰਮ ਵਿੱਚ ਨਾ ਕੇਵਲ ਆਪਣੇ ਪਿਤਾ ਦਾ ਸਾਥ ਹੀ ਦਿੱਤਾ ਸੀ, ਸਗੋਂ ਪਿਤਾ ਦੇ ਬਿਮਾਰ ਪੈ ਜਾਣ ਤੇ ਉਸ ਨੇ ਸ਼ੁਕਰ ਚੱਕੀਆ ਸੈਨਾ ਦੀ ਅਗਵਾਈ ਵੀ ਕੀਤੀ ਸੀ। ਵਿਦਿਆਰਥੀਓ, ਉਸ ਨੇ ਵੈਰੀ ਦੀ ਫੌਜ ਨੂੰ ਹਰਾਉਣ ਦੇ ਨਾਲ-ਨਾਲ ਉਹਨਾਂ ਦਾ ਗੋਲਾ ਬਰੂਦ ਵੀ ਲੁੱਟ ਲਿਆ ਸੀ। ਔਰ ਇਸ ਤੋਂ ਅੱਗੇ ਵਿਦਿਆਰਥੀਓ, ਇੱਕ ਵਾਰੀ ਰਣਜੀਤ ਸਿੰਘ ਸ਼ਿਕਾਰ ਖੇਡਣ ਪਿੱਛੋਂ ਇਕੱਲਾ ਹੀ ਘੋੜੇ ਤੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿੱਚ ਚਿੱਠਾ ਕਬੀਲੇ ਦੇ ਸਰਦਾਰ ਹਸ਼ਮਤ ਖਾਂ ਨੇ ਉਸ ਨੂੰ ਦੇਖ ਲਿਆ। ਵਿਦਿਆਰਥੀਓ, ਇਸੇ ਹਸ਼ਮਤ ਖਾਂ ਨੂੰ ਕਦੇ ਰਣਜੀਤ ਸਿੰਘ ਦੇ ਪਿਤਾ ਮਾਨ ਸਿੰਘ ਨੇ ਹਰਾਇਆ ਸੀ। ਸੋ ਇਸ ਲਈ ਬਦਲਾ ਲੈਣ ਲਈ ਹਸ਼ਮਤ ਖਾਂ ਰਣਜੀਤ ਸਿੰਘ ਨੂੰ ਮਾਰਨ ਲਈ ਇੱਕ ਝਾੜੀ ਦੇ ਓਲੇ ਲੁਕ ਜਾਂਦਾ ਹੈ। ਜਦੋਂ ਰਣਜੀਤ ਸਿੰਘ ਉਸ ਝਾੜੀ ਦੇ ਕੋਲੋਂ ਲੰਘਣ ਲੱਗਦਾ ਹੈ ਤਾਂ ਹਸ਼ਮਤ ਖਾਂ ਉਸ ਉੱਪਰ ਵਾਰ ਕਰ ਦਿੰਦਾ ਹੈ ਅਤੇ ਬੱਚਿਓ, ਰਣਜੀਤ ਸਿੰਘ ਉਸ ਦੇ ਵਾਰ ਨੂੰ ਤਾਂ ਰੋਕ ਹੀ ਲੈਂਦਾ ਹੈ, ਨਾਲ ਅੱਗਿਓਂ ਇੱਕ ਐਸਾ ਤਕੜਾ ਵਾਰ ਕਰਦਾ ਹੈ ਕਿ ਹਸ਼ਮਤ ਖਾਂ ਦਾ ਸਿਰ ਧੜ ਤੋਂ ਅਲੱਗ ਹੋ ਜਾਂਦਾ ਹੈ ਅਤੇ ਬੱਚਿਓ, ਹਸ਼ਮਤ ਖਾਂ ਦੀ ਮੌਤ ਤੋਂ ਬਾਅਦ ਚੱਠੇ ਸਦਾ ਲਈ ਰਣਜੀਤ ਸਿੰਘ ਦੀ ਈਨ ਮੰਨ ਲੈਂਦੇ ਹਨ। 1796 ਈਸਵੀ ਵਿੱਚ ਜਦੋਂ ਰਣਜੀਤ ਸਿੰਘ ਮਸਾਂ 16 ਕੁ ਸਾਲਾਂ ਦਾ ਸੀ ਤਾਂ ਉਸ ਦਾ ਵਿਆਹ ਮਹਿਤਾਬ ਕੌਰ ਦੇ ਨਾਲ ਕਰ ਦਿੱਤਾ ਜਾਂਦਾ ਹੈ। ਮਹਿਤਾਬ ਕੌਰ ਜੈ ਸਿੰਘ ਕਨ੍ਹਈਆ ਦੀ ਪੋਤਰੀ ਅਤੇ ਗੁਰਬਖਸ਼ ਸਿੰਘ ਦੀ ਪੁੱਤਰੀ ਸੀ। ਰਣਜੀਤ ਸਿੰਘ ਦੀ ਸੱਸ ਸਦਾ ਕੌਰ ਬੜੀ ਹੀ ਬਹਾਦਰ ਅਤੇ ਦਲੇਰ ਇਸਤਰੀ ਸੀ। ਵਿਦਿਆਰਥੀਓ, ਰਣਜੀਤ ਸਿੰਘ ਨੇ 1798 ਈਸਵੀ ਵਿੱਚ ਨਕਈ ਮਿਸਲ ਦੇ ਸਰਦਾਰ ਰਾਮ ਸਿੰਘ ਦੀ ਪੁੱਤਰੀ ਰਾਜ ਕੌਰ ਦੇ ਨਾਲ ਦੂਜਾ ਵਿਆਹ ਕੀਤਾ। 4 ਸਾਲ ਬਾਅਦ ਰਾਜ ਕੌਰ ਨੇ ਖੜਕ ਸਿੰਘ ਨੂੰ ਜਨਮ ਦਿੱਤਾ। ਉਹ ਰਣਜੀਤ ਸਿੰਘ ਦਾ ਜੇਠਾ ਪੁੱਤਰ ਸੀ। ਬਾਅਦ ਵਿੱਚ ਰਣਜੀਤ ਸਿੰਘ ਨੇ ਹੋਰ ਵੀ ਵਿਆਹ ਕੀਤੇ। 1792 ਈਸਵੀ ਵਿੱਚ ਮਹਾਂ ਸਿੰਘ ਅਕਾਲ ਚਲਾਣਾ ਕਰ ਜਾਂਦਾ ਹੈ। ਉਸ ਸਮੇਂ ਰਣਜੀਤ ਸਿੰਘ ਦੀ ਉਮਰ ਮਸਾਂ 12 ਕੁ ਸਾਲਾਂ ਦੀ ਸੀ। ਨਾਬਾਲਗ ਹੋਣ ਕਰਕੇ ਰਾਜ ਦੀ ਵਾਗਡੋਰ ਉਸ ਦੀ ਮਾਤਾ ਰਾਜ ਕੌਰ ਦੇ ਹੱਥਾਂ ਵਿੱਚ ਆ ਜਾਂਦੀ ਹੈ ਅਤੇ ਉਸ ਦੀ ਮਾਤਾ ਰਾਜ ਪ੍ਰਬੰਧ ਦਾ ਸਾਰਾ ਕੰਮ ਲਖਪਤ ਰਾਏ ਦੇ ਹਵਾਲੇ ਕਰ ਦਿੰਦੀ ਹੈ। ਬੱਚਿਓ, ਜਿਵੇਂ ਅਸੀਂ ਪੜ੍ਹ ਚੁੱਕੇ ਹਾਂ ਕਿ 1796 ਈਸਵੀ ਵਿੱਚ ਰਣਜੀਤ ਸਿੰਘ ਦਾ ਵਿਆਹ ਹੋ ਗਿਆ ਸੀ। ਸਿੱਟੇ ਵਜੋਂ ਸ਼ੁਕਰਾ ਚੱਕੀਆ ਮਿਸਲ ਦੇ ਰਾਜ ਪ੍ਰਬੰਧ ਦੇ ਕੰਮ ਵਿੱਚ ਉਸ ਦੀ ਸੱਸ ਸਦਾ ਕੌਰ ਵੀ ਦਿਲਚਸਪੀ ਲੈਣ ਲੱਗ ਜਾਂਦੀ ਹੈ। ਇਸ ਤਰ੍ਹਾਂ 1792 ਤੋਂ 1797 ਈਸਵੀ ਤੱਕ, ਜਦੋਂ ਤੱਕ ਰਣਜੀਤ ਸਿੰਘ ਨਾਬਾਲਗ ਰਹਿੰਦਾ ਹੈ, ਸ਼ੁਕਰ ਚੱਕੀਆ ਮਿਸਲ ਦਾ ਰਾਜ ਪ੍ਰਬੰਧ ਰਾਜ ਕੌਰ, ਦੀਵਾਨ ਲਖਪਤ ਰਾਏ ਅਤੇ ਸਦਾ ਕੌਰ ਦੇ ਹੱਥਾਂ ਵਿੱਚ ਆ ਜਾਂਦਾ ਹੈ। ਇਸੇ ਕਰਕੇ ਬੱਚਿਓ, ਇਸ ਸਮੇਂ ਨੂੰ ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਕਿਹਾ ਜਾਂਦਾ ਹੈ। ਬੱਚਿਓ, ਤਿੱਕੜੀ ਦਾ ਅਰਥ ਹੁੰਦਾ ਹੈ 3 ਵਿਅਕਤੀਆਂ ਦੀ ਜੋੜੀ। ਸੋ ਇਹ 3 ਵਿਅਕਤੀ ਅਸੀਂ ਦੇਖੇ ਹਨ, ਇੱਕ ਰਾਜ ਕੌਰ, ਇੱਕ ਸਦਾ ਕੌਰ ਅਤੇ ਇੱਕ ਦੀਵਾਨ ਲਖਪਤ ਰਾਏ। ਔਰ ਬੱਚਿਓ, 1797 ਈਸਵੀ ਵਿੱਚ ਜਦੋਂ ਰਣਜੀਤ ਸਿੰਘ 17 ਸਾਲਾਂ ਦਾ ਹੋ ਜਾਂਦਾ ਹੈ ਤਾਂ ਉਸ ਦੇ ਰਾਜ ਪ੍ਰਬੰਧ ਦੀ ਵਾਗਡੋਰ ਉਹ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ। ਰਾਜ ਕੌਰ ਅਤੇ ਦੀਵਾਨ ਲਖਪਤ ਰਾਏ ਦੀ ਉਸ ਸਮੇਂ ਤੱਕ ਮੌਤ ਵੀ ਹੋ ਜਾਂਦੀ ਹੈ। ਸਦਾ ਕੌਰ
ਰਣਜੀਤ ਸਿੰਘ ਦੀਆਂ ਮੁੱਢਲੀਆਂ ਜਿੱਤਾਂ ਵਿੱਚ ਬੜੀ ਸਹਾਇਕ ਸਾਬਤ ਹੁੰਦੀ ਹੈ। ਰਣਜੀਤ ਸਿੰਘ ਦੇ ਪਿਤਾ ਮਾਹਾ ਸਿੰਘ ਦੇ ਮਾਮੇ ਦਲ ਸਿੰਘ ਨੂੰ ਰਣਜੀਤ ਆਪਣਾ ਪ੍ਰਧਾਨ ਮੰਤਰੀ ਨਿਯੁਕਤ ਕਰ ਲੈਂਦਾ ਹੈ। ਹੁਣ ਵਿਦਿਆਰਥੀਓ, ਅਸੀਂ ਰਣਜੀਤ ਸਿੰਘ ਦੀਆਂ ਕੁਝ ਮੁੱਢਲੀਆਂ ਜਿੱਤਾਂ ਬਾਰੇ ਜਾਣਦੇ ਹਾਂ। 1797 ਈਸਵੀ ਵਿੱਚ ਰਣਜੀਤ ਸਿੰਘ ਨੇ ਸ਼ੁਕਰ ਚੱਕੀਆ ਮਿਸਲ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈ ਲਈ, ਜੋ ਕਿ ਅਸੀਂ ਪੜ੍ਹ ਚੁੱਕੇ ਹਾਂ। ਉਸ ਵੇਲੇ ਉਸ ਦੇ ਅਧੀਨ ਕੇਵਲ ਗੁਜਰਾਂਵਾਲਾ, ਵਜ਼ੀਰਾਬਾਦ, ਪਿੰਡ ਦਾਦਨ ਖਾਂ, ਬੱਚਿਓ ਸਿਰਫ ਇਹੀ 3 ਇਲਾਕੇ ਸਨ। ਸੋ ਮਹਾਰਾਜਾ ਇੰਨੇ ਕੁ ਇਲਾਕੇ ਦੇ ਨਾਲ ਸੰਤੁਸ਼ਟ ਨਹੀਂ ਸੀ, ਸਗੋਂ ਉਹ ਸਾਰੇ ਪੰਜਾਬ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ ਸੀ। ਉਸ ਦੇ ਸੁਪਨੇ ਬਹੁਤ ਵੱਡੇ ਸਨ। ਸੋ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੇ ਸਿੱਖ ਮਿਸਲਾਂ ਅਤੇ ਅਫਗਾਨਾਂ ਦੇ ਦੇਸ਼ਾਂ ਨੂੰ ਜਿੱਤਣ ਦਾ ਕੰਮ ਸ਼ੁਰੂ ਕਰ ਦਿੱਤਾ। ਇਸੇ ਕੜੀ ਵਿੱਚ ਬੱਚਿਓ ਹੁਣ ਅਸੀਂ ਲਾਹੌਰ ਦੀ ਜਿੱਤ ਬਾਰੇ ਪੜ੍ਹਦੇ ਹਾਂ। ਬੱਚਿਓ ਉਸ ਸਮੇਂ ਲਾਹੌਰ ਉੱਪਰ ਭੰਗੀ ਸਰਦਾਰਾਂ ਦਾ ਸ਼ਾਸਨ ਸੀ। ਸ਼ਾਸਨ ਕਾਹਦਾ? ਕੁਸ਼ਾਸਨ ਸੀ। ਲਾਹੌਰ ਦੇ ਨਿਵਾਸੀ ਭੰਗੀ ਸਰਦਾਰਾਂ ਦੇ ਇਸ ਕੁਸ਼ਾਸਨ ਤੋਂ ਤੰਗ ਆਏ ਹੋਏ ਸਨ। ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕਸੂਰ ਦਾ ਹਾਕਮ ਨਿਜ਼ਾਮੂਦੀਨ ਵੀ ਲਾਹੌਰ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਸ ਸਮੇਂ ਤੱਕ ਮਹਾਰਾਜਾ ਰਣਜੀਤ ਸਿੰਘ ਵੀ ਆਪਣੀ ਸ਼ੂਰਬੀਰਤਾ ਅਤੇ ਸੁਚੱਜਤਾ ਕਾਰਨ ਕਾਫੀ ਪ੍ਰਸਿੱਧ ਹੋ ਚੁੱਕਾ ਹੁੰਦਾ ਹੈ। ਤਾਂ ਬੱਚਿਓ ਉਸ ਸਮੇਂ ਲਾਹੌਰ ਦੇ ਪ੍ਰਮੁੱਖ ਸ਼ਹਿਰੀ, ਜਿਨ੍ਹਾਂ ਵਿੱਚ ਹਿੰਦੂ ਵੀ ਸਨ, ਸਿੱਖ ਵੀ ਸਨ ਅਤੇ ਮੁਸਲਮਾਨ ਵੀ ਸਨ, ਸਾਰੇ ਰਲ ਕੇ ਰਣਜੀਤ ਸਿੰਘ ਨੂੰ ਲਾਹੌਰ ਉੱਤੇ ਹਮਲਾ ਕਰਨ ਲਈ ਸੱਦਾ ਪੱਤਰ ਭੇਜਦੇ ਹਨ। ਇਸ ਪੱਤਰ ਵਿੱਚ ਭੰਗੀ ਸਰਦਾਰਾਂ ਦੀ ਅਯੋਗਤਾ ਅਤੇ ਉਹਨਾਂ ਰਾਹੀਂ ਲੋਕਾਂ 'ਤੇ ਕੀਤੇ ਗਏ ਅਤਿਆਚਾਰਾਂ ਦਾ ਵਰਣਨ ਵੀ ਕੀਤਾ ਜਾਂਦਾ ਹੈ। ਬੱਚਿਓ ਇਸ ਪੱਤਰ ਵਿੱਚ ਉਹ ਰਣਜੀਤ ਸਿੰਘ ਨੂੰ ਬੇਨਤੀ ਕਰਦੇ ਹਨ ਕਿ ਉਹ ਲਾਹੌਰ ਉੱਪਰ ਕਬਜ਼ਾ ਕਰ ਲਵੇ ਅਤੇ ਉਹਨਾਂ ਨੂੰ ਅਤਿਆਚਾਰੀ ਹਾਕਮਾਂ ਦੇ ਅਤਿਆਚਾਰਾਂ ਤੋਂ ਛੁਟਕਾਰਾ ਦਿਵਾਵੇ। ਸ਼ਹਿਰੀਆਂ ਨੇ ਉਸ ਨੂੰ ਵਿਸ਼ਵਾਸ ਵੀ ਦਿਵਾਇਆ ਕਿ ਜਦੋਂ ਉਹ ਲਾਹੌਰ 'ਤੇ ਹਮਲਾ ਕਰੇਗਾ ਤਾਂ ਉਹ ਲਾਹੌਰ ਦੇ ਕਿਲੇ ਦਾ ਦਰਵਾਜ਼ਾ ਖੋਲ੍ਹ ਦੇਣਗੇ। ਲਾਹੌਰ ਦੇ ਸ਼ਹਿਰੀਆਂ ਵੱਲੋਂ ਸਾਥ ਦੇਣ ਦਾ ਵਿਸ਼ਵਾਸ ਮਿਲ ਜਾਣ 'ਤੇ ਰਣਜੀਤ ਸਿੰਘ ਨੇ ਆਪਣੀ ਤਿਆਰੀ ਦੇ ਨਾਲ ਸਦਾ ਕੌਰ ਨੂੰ ਵੀ ਤਿਆਰ ਕਰ ਲਿਆ। ਰਣਜੀਤ ਸਿੰਘ ਅਤੇ ਸਦਾ ਕੌਰ ਦੀਆਂ ਫੌਜਾਂ ਨੇ ਲਾਹੌਰ ਵੱਲ ਕੂਚ ਕਰ ਦਿੱਤਾ ਅਤੇ ਲਾਹੌਰ ਪੁੱਜਦਿਆਂ ਹੀ ਜਦੋਂ ਉਹ ਆਪਣੀਆਂ ਫੌਜਾਂ ਨਾਲ ਲਾਹੌਰੀ ਦਰਵਾਜ਼ੇ 'ਤੇ ਪੁੱਜਦੇ ਹਨ ਤਾਂ ਸ਼ਹਿਰੀ ਆਪਣੇ ਕੀਤੇ ਵਾਅਦੇ ਮੁਤਾਬਕ ਦਰਵਾਜ਼ਾ ਖੋਲ੍ਹ ਦਿੰਦੇ ਹਨ। ਜਦੋਂ ਰਣਜੀਤ ਸਿੰਘ ਦੀ ਫੌਜ ਸ਼ਹਿਰ ਦੇ ਅੰਦਰ ਦਾਖਲ ਹੋ ਜਾਂਦੀ ਹੈ ਤਾਂ ਭੰਗੀ ਸਰਦਾਰ ਭੈਭੀਤ ਹੋ ਜਾਂਦੇ ਹਨ। ਸਾਹਿਬ ਸਿੰਘ ਅਤੇ ਮੋਹਰ ਸਿੰਘ ਤਾਂ ਸ਼ਹਿਰ ਛੱਡ ਕੇ ਹੀ ਭੱਜ ਜਾਂਦੇ ਹਨ ਅਤੇ ਬਚ ਜਾਂਦਾ ਹੈ ਚੌੜ ਸਿੰਘ, ਜੋ ਆਪਣੇ ਆਪ ਨੂੰ ਕਿਲੇ ਦੇ ਅੰਦਰ ਬੰਦ ਕਰ ਲੈਂਦਾ ਹੈ। ਪਰ ਕਿਲੇ ਵਿੱਚ ਕਿਉਂਕਿ ਰਸਦ ਪਾਣੀ ਦਾ ਪ੍ਰਬੰਧ ਪੂਰਾ ਨਹੀਂ ਸੀ, ਇਸ ਕਰਕੇ ਬੱਚਿਓ ਉਹ ਅਗਲੇ ਦਿਨ ਹੀ ਹਥਿਆਰ ਸਿੱਟ ਕੇ ਬਾਹਰ ਆ ਜਾਂਦਾ ਹੈ ਅਤੇ ਇਸ ਪ੍ਰਕਾਰ ਰਣਜੀਤ ਸਿੰਘ ਤੁਰੰਤ ਹੀ ਕਿਲੇ ਉੱਪਰ ਕਬਜ਼ਾ ਕਰ ਲੈਂਦਾ ਹੈ। ਹੁਣ ਬੱਚਿਓ ਲਾਹੌਰ ਦੀ ਇਸ ਜਿੱਤ ਦੀ ਅਸੀਂ ਇੰਪੋਰਟੈਂਸ ਬਾਰੇ ਪੜ੍ਹਦੇ ਹਾਂ। ਵਿਦਿਆਰਥੀਓ, ਭਾਵੇਂ ਲਾਹੌਰ ਦੀ ਜਿੱਤ ਰਣਜੀਤ ਸਿੰਘ ਦੀ ਮਹਾਨ ਸੈਨਿਕ ਸਫਲਤਾ ਨਹੀਂ ਸੀ, ਫਿਰ ਵੀ ਉਸ ਦੇ ਰਾਜਨੀਤਿਕ ਉਭਾਰ ਵਿੱਚ ਇਹ ਜਿੱਤ ਬਹੁਤ ਹੀ ਮਹੱਤਵਪੂਰਨ ਸੀ। ਇਸ ਜਿੱਤ ਨਾਲ ਲਾਹੌਰ ਉੱਤੇ ਭੰਗੀ ਸਰਦਾਰਾਂ ਦਾ ਕਬਜ਼ਾ ਤਾਂ ਸਦਾ ਲਈ ਖਤਮ ਹੀ ਹੋ ਜਾਂਦਾ ਹੈ। ਸੋ ਬੱਚਿਓ, ਇਸ ਜਿੱਤ ਦੇ ਨਾਲ ਰਣਜੀਤ ਸਿੰਘ ਦੀ ਇੱਜ਼ਤ ਵਿੱਚ ਵੀ ਬਹੁਤ ਵਾਧਾ ਹੁੰਦਾ ਹੈ। ਲਾਹੌਰ ਸ਼ਹਿਰ ਉੱਤੇ ਅਧਿਕਾਰ ਕਰਨ ਨਾਲ ਰਣਜੀਤ ਸਿੰਘ ਸ਼ਕਤੀਸ਼ਾਲੀ ਸਰਦਾਰ ਬਣ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਅਸੀਂ ਭਸੀਨ ਦੀ ਲੜਾਈ ਦਾ ਹਾਲ ਜਾਣਦੇ ਹਾਂ। ਹੁਣ ਬੱਚਿਓ ਇੱਥੇ ਅਸੀਂ ਕੀ ਦੇਖਦੇ ਹਾਂ ਕਿ ਜਦੋਂ ਰਣਜੀਤ ਸਿੰਘ ਲਾਹੌਰ ਨੂੰ ਜਿੱਤ ਲੈਂਦਾ ਹੈ
ਤਾਂ ਇਸ ਦੇ ਸਿੱਟੇ ਵਜੋਂ ਬਾਕੀ ਦੀਆਂ ਸਿੱਖ ਮਿਸਲਾਂ ਅਤੇ ਮੁਸਲਮਾਨ ਸਰਦਾਰ ਉਸ ਨਾਲ ਈਰਖਾ ਕਰਨ ਲੱਗ ਜਾਂਦੇ ਹਨ, ਜਿਸ ਵਿੱਚ ਜੱਸਾ ਸਿੰਘ ਰਾਮਗੜੀਆ, ਗੁਲਾਬ ਸਿੰਘ ਭੰਗੀ, ਸਾਹਿਬ ਸਿੰਘ ਭੰਗੀ, ਯੋਧ ਸਿੰਘ ਅਤੇ ਨਿਜ਼ਾਮੂਦੀਨ ਮਿਲ ਕੇ ਅੰਮ੍ਰਿਤਸਰ ਤੋਂ ਲਾਹੌਰ ਵੱਲ ਕੂਚ ਕਰ ਦਿੰਦੇ ਹਨ। ਲਾਹੌਰ ਦੇ ਪੂਰਬ ਵੱਲ ਲਗਭਗ 16 ਕਿਲੋਮੀਟਰ ਦੀ ਦੂਰੀ ਤੇ ਸਥਿਤ ਪਸੀਨ ਨਾਮੀ ਸਥਾਨ ਤੇ ਉਹ ਡੇਰੇ ਲਗਾ ਲੈਂਦੇ ਹਨ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਹ ਵੀ ਆਪਣੀ ਸੈਨਾ ਲੈ ਕੇ ਉੱਥੇ ਪੁੱਜ ਜਾਂਦਾ ਹੈ। ਵਿਦਿਆਰਥੀਓ, ਦੋਵੇਂ ਸੈਨਾਵਾਂ ਲਗਭਗ 2 ਮਹੀਨੇ ਆਮੋ ਸਾਹਮਣੇ ਬੈਠੀਆਂ ਰਹਿੰਦੀਆਂ ਹਨ। ਕਿਸੇ ਸੈਨਾ ਨੇ ਵੀ ਹਮਲਾ ਕਰਨ ਦੀ ਪਹਿਲ ਨਾ ਕੀਤੀ ਅਤੇ ਬੱਚਿਓ, ਇਸੇ ਦੌਰਾਨ ਜੱਸਾ ਸਿੰਘ ਰਾਮਗੜੀਆ ਬਿਮਾਰੀ ਦੇ ਬਹਾਨੇ ਉਸ ਗੁੱਟ ਦਾ ਸਾਥ ਛੱਡ ਜਾਂਦਾ ਹੈ। ਗੁਲਾਬ ਸਿੰਘ ਭੰਗੀ ਦੀ ਬਹੁਤੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਜਾਂਦੀ ਹੈ ਅਤੇ ਸਿੱਟੇ ਵਜੋਂ ਬੱਚਿਓ ਦੂਜੇ ਸਰਦਾਰਾਂ ਦੀਆਂ ਸੈਨਾਵਾਂ ਵੀ ਰਣ ਖੇਤਰ ਵਿੱਚੋਂ ਦੌੜ ਜਾਂਦੀਆਂ ਹਨ। ਸੋ ਇਸ ਤਰ੍ਹਾਂ ਰਣਜੀਤ ਸਿੰਘ ਨੂੰ ਬਿਨਾਂ ਯੁੱਧ ਕੀਤੇ ਹੀ ਜਿੱਤ ਪ੍ਰਾਪਤ ਹੋ ਜਾਂਦੀ ਹੈ ਅਤੇ ਬੱਚਿਓ, ਇਸ ਜਿੱਤ ਨਾਲ ਰਣਜੀਤ ਸਿੰਘ ਦਾ ਲਾਹੌਰ ਉੱਤੇ ਕਬਜ਼ਾ ਪੱਕਾ ਹੀ ਨਹੀਂ ਹੁੰਦਾ, ਸਗੋਂ ਉਸ ਦੇ ਬਾਕੀ ਦੇ ਵਿਰੋਧੀਆਂ ਨੂੰ ਕੁਚਲਣ ਅਤੇ ਰਾਜ ਦਾ ਵਿਸਥਾਰ ਕਰਨ ਲਈ ਵੀ ਰਾਹ ਸਾਫ਼ ਹੋ ਜਾਂਦਾ ਹੈ। ਹੁਣ ਬੱਚਿਓ, ਅਸੀਂ ਰਣਜੀਤ ਸਿੰਘ ਦੇ ਮਹਾਰਾਜ ਬਣਨ ਬਾਰੇ ਜਾਣਦੇ ਹਾਂ। 12 ਅਪ੍ਰੈਲ 1801 ਈਸਵੀ ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਲਾਹੌਰ ਵਿਖੇ ਰਣਜੀਤ ਸਿੰਘ ਦੇ ਮਹਾਰਾਜਾ ਬਣਨ ਦੀ ਰਸਮ ਬੜੀ ਧੂਮ-ਧਾਮ ਨਾਲ ਮਨਾਈ ਗਈ। ਉਸ ਨੇ ਆਪਣੀ ਸਰਕਾਰ ਨੂੰ ਸਰਕਾਰੇ ਖਾਲਸਾ ਦਾ ਨਾਂ ਦਿੱਤਾ। ਬੱਚਿਓ, ਉਸ ਨੇ ਤਾਜ ਵੀ ਨਾ ਪਹਿਨਿਆ। ਉਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਸਿੱਕੇ ਵੀ ਜਾਰੀ ਕੀਤੇ। ਇਮਾਮ ਬਖਸ਼ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਬੱਚਿਓ, ਰਣਜੀਤ ਸਿੰਘ ਨੇ ਖਾਲਸਾ ਨੂੰ ਸਰਵਉੱਚ ਸ਼ਕਤੀ ਮੰਨਿਆ। ਹੁਣ ਬੱਚਿਓ, ਅਸੀਂ ਅੰਮ੍ਰਿਤਸਰ ਦੀ ਜਿੱਤ ਬਾਰੇ ਪੜ੍ਹਦੇ ਹਾਂ। ਬੱਚਿਓ, ਗੁਲਾਬ ਸਿੰਘ ਭੰਗੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਚੁੱਕੀ ਹੈ, ਇਹ ਆਪਾਂ ਪੜ੍ਹ ਚੁੱਕੇ ਹਾਂ ਅਤੇ ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਗੁਰਦਿੱਤ ਸਿੰਘ ਅੰਮ੍ਰਿਤਸਰ ਦਾ ਹਾਕਮ ਬਣਦਾ ਹੈ, ਜੋ ਕਿ ਅਜੇ ਨਾਬਾਲਗ ਹੈ। ਇਸ ਲਈ ਉਸ ਰਾਜ ਦੀ ਸਾਰੀ ਸ਼ਕਤੀ ਉਸ ਦੀ ਮਾਂ ਮਾਈ ਸੁੱਖਾ ਦੇ ਹੱਥਾਂ ਵਿੱਚ ਆ ਜਾਂਦੀ ਹੈ। 1805 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਨੂੰ ਜਿੱਤਣ ਦਾ ਬਹਾਨਾ ਲੱਭ ਲੈਂਦਾ ਹੈ। ਉਹ ਮਾਈ ਸੁੱਖਾ ਨੂੰ ਸੁਨੇਹਾ ਭੇਜਦਾ ਹੈ ਕਿ ਮਾਈ ਸੁੱਖਾ ਉਸ ਨੂੰ ਜਮਜਮਾ ਤੋਪ ਅਤੇ ਲੋਹਗੜ੍ਹ ਦਾ ਕਿਲ੍ਹਾ ਉਸ ਦੇ ਹਵਾਲੇ ਕਰ ਦੇਵੇ। ਬੱਚਿਓ, ਮਾਈ ਸੁੱਖਾ ਮਹਾਰਾਜੇ ਦੀਆਂ ਇਹਨਾਂ ਮੰਗਾਂ ਨੂੰ ਠੁਕਰਾ ਦਿੰਦੀ ਹੈ। ਰਣਜੀਤ ਸਿੰਘ ਤਾਂ ਪਹਿਲਾਂ ਹੀ ਯੁੱਧ ਦੀ ਤਿਆਰੀ ਕਰੀ ਬੈਠਾ ਸੀ। ਸੋ ਬੱਚਿਓ, ਉਹ ਅੰਮ੍ਰਿਤਸਰ ਉੱਤੇ ਹਮਲਾ ਕਰਕੇ ਲੋਹਗੜ੍ਹ ਦੇ ਕਿਲ੍ਹੇ ਨੂੰ ਘੇਰ ਲੈਂਦਾ ਹੈ। ਇਸ ਮੁਹਿੰਮ ਵਿੱਚ ਸਦਾ ਕੌਰ ਅਤੇ ਫਤਿਹ ਸਿੰਘ ਆਹਲੂਵਾਲੀਆ ਵੀ ਮਹਾਰਾਜਾ ਰਣਜੀਤ ਸਿੰਘ ਦਾ ਸਾਥ ਦਿੰਦੇ ਹਨ। ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਅੰਮ੍ਰਿਤਸਰ ਅਤੇ ਲੋਹਗੜ੍ਹ ਦੇ ਕਿਲ੍ਹੇ ਉੱਪਰ ਕਬਜ਼ਾ ਕਰ ਲੈਂਦਾ ਹੈ। ਮਾਈ ਸੁੱਖਾ ਅਤੇ ਗੁਰਦਿੱਤ ਸਿੰਘ ਨੂੰ ਜੀਵਨ ਨਿਰਵਾਹ ਕਰਨ ਲਈ ਜਗੀਰ ਦੇ ਦਿੱਤੀ ਜਾਂਦੀ ਹੈ। ਅੰਮ੍ਰਿਤਸਰ ਦਾ ਅਕਾਲੀ ਫੂਲਾ ਸਿੰਘ ਆਪਣੇ 2000 ਨਿਹੰਗ ਸਾਥੀਆਂ ਨਾਲ ਰਣਜੀਤ ਸਿੰਘ ਦੀ ਸੈਨਾ ਵਿੱਚ ਸ਼ਾਮਲ ਹੋ ਜਾਂਦਾ ਹੈ। ਹੁਣ ਬੱਚਿਓ, ਇਸ ਜਿੱਤ ਦਾ ਕੀ ਮਹੱਤਵ ਹੈ, ਅਸੀਂ ਇਹ ਜਾਣਦੇ ਹਾਂ। ਲਾਹੌਰ ਦੀ ਜਿੱਤ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਮਹੱਤਵਪੂਰਨ ਜਿੱਤ ਅੰਮ੍ਰਿਤਸਰ ਦੀ ਜਿੱਤ ਸੀ। ਜਿੱਥੇ ਲਾਹੌਰ ਪੰਜਾਬ ਦੀ ਰਾਜਧਾਨੀ ਸੀ, ਉੱਥੇ ਹੁਣ ਅੰਮ੍ਰਿਤਸਰ ਸਿੱਖਾਂ ਦੀ ਧਾਰਮਿਕ ਰਾਜਧਾਨੀ ਬਣ ਜਾਂਦੀ ਹੈ। ਅੰਮ੍ਰਿਤਸਰ ਦੀ ਜਿੱਤ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੈਨਿਕ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਲੋਹਗੜ੍ਹ ਦਾ ਕਿਲ੍ਹਾ ਉਸ ਲਈ
ਬੜਾ ਵਡਮੁੱਲਾ ਸਾਬਤ ਹੁੰਦਾ ਹੈ। ਇਸ ਦੇ ਨਾਲ ਉਸ ਨੂੰ ਤਾਂਬੇ ਅਤੇ ਪਿੱਤਲ ਦੀ ਬਣੀ ਹੋਈ ਬਹੁਤ ਵੱਡੀ ਤੋਪ ਜਮਜਮਾ ਤੋਪ ਵੀ ਪ੍ਰਾਪਤ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪ੍ਰਸਿੱਧ ਸੈਨਿਕ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਵੀ ਪ੍ਰਾਪਤ ਹੁੰਦੀਆਂ ਹਨ ਅਤੇ ਬੱਚਿਓ ਅੱਗੇ ਆਉਣ ਵਾਲੇ ਸਮੇਂ ਵਿੱਚ ਨਿਹੰਗਾਂ ਦੀ ਅਸਧਾਰਨ ਦਲੇਰੀ ਅਤੇ ਬਹਾਦਰੀ ਕਾਰਨ ਮਹਾਰਾਜਾ ਰਣਜੀਤ ਸਿੰਘ ਕਈ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਾ ਹੈ। ਅੰਮ੍ਰਿਤਸਰ ਦੀ ਜਿੱਤ ਦੇ ਸਿੱਟੇ ਵਜੋਂ ਮਹਾਰਾਜਾ ਰਣਜੀਤ ਸਿੰਘ ਦੀ ਮਸ਼ਹੂਰੀ ਹੁਣ ਦੂਰ ਦੂਰ ਤੱਕ ਫੈਲ ਜਾਂਦੀ ਹੈ। ਭਾਰਤ ਦੇ ਅੰਗਰੇਜ਼ੀ ਰਾਜ ਵਿੱਚ ਬਹੁਤ ਸਾਰੇ ਭਾਰਤੀ ਉਸ ਦੇ ਰਾਜ ਵਿੱਚ ਨੌਕਰੀ ਕਰਨ ਲਈ ਆਉਣ ਲੱਗਦੇ ਹਨ। ਹਿੰਦੁਸਤਾਨੀ ਮੁਸਲਮਾਨ ਅਤੇ ਯੂਰਪੀਅਨ ਸੈਨਿਕ ਵੀ ਜਿਨ੍ਹਾਂ ਨੇ ਈਸਟ ਇੰਡੀਆ ਕੰਪਨੀ ਨੂੰ ਛੱਡ ਦਿੱਤਾ ਸੀ, ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿੱਚ ਆਉਣ ਲੱਗਦੇ ਹਨ। ਸੋ ਬੱਚਿਓ, ਇਹ ਸੀ ਅੱਜ ਦਾ ਸੈਸ਼ਨ। ਹੁਣ ਅਸੀਂ ਕੁਝ ਕੁਐਸਚਨ ਜਿਹੜੇ ਤੁਹਾਨੂੰ ਇਸ ਸੈਸ਼ਨ ਦੇ ਸ਼ੁਰੂ ਵਿੱਚ ਸਾਂਝੇ ਕੀਤੇ ਸਨ, ਉਹਨਾਂ ਦੇ ਉੱਤਰਾਂ ਬਾਰੇ ਅਸੀਂ ਜਾਣਦੇ ਹਾਂ। ਲਓ ਬੱਚਿਓ, ਇਸ ਸੈਸ਼ਨ ਵਿੱਚ ਸਾਡਾ ਪਹਿਲਾ ਕੁਐਸਚਨ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਦੋਂ ਹੋਇਆ। ਸੋ ਚਲੋ ਅਸੀਂ ਆਪਣੀਆਂ ਆਪਸ਼ਨਸ ਦੇਖਦੇ ਹਾਂ। 12 ਨਵੰਬਰ 1780 ਈਸਵੀ ਵਿੱਚ। ਦੂਸਰੀ ਆਪਸ਼ਨ ਬੱਚਿਓ 13 ਨਵੰਬਰ 1780 ਈਸਵੀ ਵਿੱਚ ਅਤੇ ਤੀਸਰੀ ਆਪਸ਼ਨ ਬੱਚਿਓ 11 ਨਵੰਬਰ 1780 ਈਸਵੀ ਵਿੱਚ। ਸੋ ਬੱਚਿਓ, ਇਸ ਦਾ ਠੀਕ ਆਨਸਰ ਹੈ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਈਸਵੀ ਵਿੱਚ ਹੋਇਆ ਸੀ। ਸਾਡਾ ਦੂਸਰਾ ਕੁਐਸਚਨ ਹੈ ਬੱਚਿਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਕਿਸ ਮਿਸਲ ਵਿੱਚ ਹੋਇਆ ਸੀ। ਸੋ ਅਸੀਂ ਆਪਣੀਆਂ ਆਪਸ਼ਨਸ ਦੇਖਦੇ ਹਾਂ। ਸਾਡੀ ਪਹਿਲੀ ਆਪਸ਼ਨ ਹੈ ਭੰਗੀ ਮਿਸਲ ਵਿੱਚ। ਦੂਸਰੀ ਆਪਸ਼ਨ ਹੈ ਸ਼ੁਕਰ ਚੱਕੀਆ ਮਿਸਲ ਵਿੱਚ ਅਤੇ ਤੀਸਰੀ ਆਪਸ਼ਨ ਹੈ ਬੱਚਿਓ ਕਨਈਆ ਮਿਸਲ ਵਿੱਚ। ਸੋ ਇਹ ਬਹੁਤ ਆਸਾਨ ਆਨਸਰ ਹੈ ਬੱਚਿਓ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਸ਼ੁਕਰ ਚੱਕੀਆ ਮਿਸਲ ਵਿੱਚ ਹੋਇਆ ਸੀ। ਨੈਕਸਟ ਕੁਐਸਚਨ ਹੈ ਬੱਚਿਓ, ਮਹਾਰਾਜਾ ਰਣਜੀਤ ਸਿੰਘ ਨੂੰ ਬਚਪਨ ਵਿੱਚ ਕਿਹੜੀ ਬਿਮਾਰੀ ਨੇ ਘੇਰਿਆ ਸੀ। ਸੋ ਕਿਹੜੀ ਬਿਮਾਰੀ ਨੇ ਘੇਰਿਆ ਸੀ ਬੱਚਿਓ? ਚਲੋ ਅਸੀਂ ਆਪਸ਼ਨਸ ਦੇਖਦੇ ਹਾਂ। ਉਹਨਾਂ ਨੂੰ ਮਲੇਰੀਆ ਹੋ ਗਿਆ ਸੀ, ਜਾਂ ਉਹਨਾਂ ਨੂੰ ਚੇਚਕ ਨਿਕਲ ਆਈ ਸੀ, ਜਾਂ ਬੱਚਿਓ ਉਹਨਾਂ ਨੂੰ ਹੈਜਾ ਹੋ ਗਿਆ ਸੀ। ਸੋ ਇਸ ਦਾ ਆਨਸਰ ਵੀ ਬੱਚਿਓ ਤੁਹਾਨੂੰ ਆਉਂਦਾ ਹੋਵੇਗਾ, ਕਿਉਂਕਿ ਆਪਾਂ ਪੜ੍ਹ ਚੁੱਕੇ ਹਾਂ ਕਿ ਉਹਨਾਂ ਨੂੰ ਚੇਚਕ ਨਾਂ ਦੀ ਨਾਮਰਾਦ ਬਿਮਾਰੀ ਨੇ ਘੇਰ ਲਿਆ ਸੀ, ਜਿਸ ਕਾਰਨ ਉਹਨਾਂ ਦੀ ਖੱਬੀ ਅੱਖ ਵੀ ਜਾਂਦੀ ਰਹੀ ਸੀ। ਬੱਚਿਓ, ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਤਿੱਕੜੀ ਦੀ ਸਰਪ੍ਰਸਤੀ ਦਾ ਕਾਲ ਤੋਂ ਕੀ ਭਾਵ ਹੈ? ਸੋ ਇਹ ਕਿਹੜੇ ਤਿੰਨ ਜਣੇ ਸਨ? ਚਲੋ ਬੱਚਿਓ, ਅਸੀਂ ਆਪਣੀਆਂ ਆਪਸ਼ਨਸ ਵਿੱਚ ਦੇਖਦੇ ਹਾਂ। ਪਹਿਲੀ ਆਪਸ਼ਨ ਹੈ ਇਸ ਤਿੱਕੜੀ ਵਿੱਚ ਮਹਾਰਾਜਾ ਰਣਜੀਤ ਜੀ ਸਨ, ਸਦਾ ਕੌਰ ਜੀ ਸਨ ਤੇ ਦੀਵਾਨ ਲਖਪਤ ਰਾਏ ਸਨ। ਜਾਂ ਦੂਜੀ ਆਪਸ਼ਨ ਹੈ ਹੁਣ ਇਸ ਤਿੱਕੜੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਹਨ, ਰਾਜ ਕੌਰ ਜੀ ਹਨ ਅਤੇ ਦੀਵਾਨ ਲਖਪਤ ਰਾਏ ਹਨ। ਤੇ ਤੀਸਰੀ ਆਪਸ਼ਨ ਵਿੱਚ ਬੱਚਿਓ ਰਾਜ ਕੌਰ ਹੈ, ਸਦਾ ਕੌਰ ਹੈ ਅਤੇ ਦੀਵਾਨ ਲਖਪਤ ਰਾਏ ਹਨ। ਸੋ ਬੱਚਿਓ, ਬਹੁਤ ਆਸਾਨ ਉੱਤਰ ਹੈ ਇਹ ਵੀ। ਤੁਸੀਂ ਦੇਖੋਗੇ ਕਿ ਦੀਵਾਨ ਲਖਪਤ ਰਾਏ ਤਿੰਨਾਂ ਦੇ ਵਿੱਚ ਹਨ। ਸੋ ਇਸ ਕਰਕੇ ਇਹ ਗੱਲ ਤਾਂ ਪੱਕੀ ਹੋ ਗਈ ਕਿ ਦੀਵਾਨ ਲਖਪਤ ਰਾਏ ਇਸ ਵਿੱਚ ਜ਼ਰੂਰ ਹਨ। ਸੋ ਬੱਚਿਓ, ਇਹ ਉਹ ਕਾਲ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨਾਬਾਲਗ ਸਨ। ਸੋ ਇਸ ਕਰਕੇ ਇਸ ਦਾ ਠੀਕ ਆਨਸਰ ਤੀਸਰਾ ਆਨਸਰ ਹੈ ਕਿ ਤਿੱਕੜੀ ਵਿੱਚ ਰਾਜ ਕੌਰ ਉਹਨਾਂ ਦੀ ਮਾਂ, ਸਦਾ ਕੌਰ ਉਹਨਾਂ ਦੀ ਸੱਸ ਅਤੇ ਦੀਵਾਨ ਲਖਪਤ ਰਾਏ ਸਨ। ਸੋ ਬੱਚਿਓ, ਆ ਲਓ ਦੇਖੋ, ਇਹ ਸਮਾਂ 1792 ਤੋਂ 1797 ਦਾ ਸੀ ਅਤੇ ਇਸ ਸਮੇਂ ਦੌਰਾਨ ਮਹਾਰਾਜਾ ਰਣਜੀਤ ਸਿੰਘ ਜੀ ਨਾਬਾਲਗ ਸਨ। ਸੋ ਸਾਡਾ ਨੈਕਸਟ ਕੁਐਸਚਨ ਹੈ ਬੱਚਿਓ ਕਿ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ ਕਦੋਂ ਪ੍ਰਾਪਤ ਹੋਈ। ਸੋ ਚਲੋ ਅਸੀਂ ਆਪਸ਼ਨਸ ਦੇਖਦੇ ਹਾਂ ਇਸ ਦੀਆਂ ਵੀ। 13 ਅਪ੍ਰੈਲ 1801 ਨੂੰ। ਸਾਡੀ ਦੂਸਰੀ ਆਪਸ਼ਨਸ ਹੈ ਬੱਚਿਓ 12 ਅਪ੍ਰੈਲ 1801 ਨੂੰ।
ਸਾਡੀ ਤੀਸਰੀ ਆਪਸ਼ਨ ਹੈ ਬੱਚਿਓ 14 ਅਪ੍ਰੈਲ 1801 ਨੂੰ। ਸੋ ਬੱਚਿਓ ਅਸੀਂ ਪੜ੍ਹਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਦੀ ਉਪਾਧੀ 12 ਅਪ੍ਰੈਲ 1801 ਨੂੰ ਹੋਈ ਸੀ। ਸਾਡਾ ਨੈਕਸਟ ਕੁਐਸਚਨ ਹੈ ਬੱਚਿਓ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਜਿੱਤ ਕਦੋਂ ਅਤੇ ਕਿਹੜੀ ਪ੍ਰਾਪਤ ਹੁੰਦੀ ਹੈ। ਸੋ ਚਲੋ ਅਸੀਂ ਇਸ ਦੇ ਆਨਸਰ ਵੀ ਦੇਖਦੇ ਹਾਂ। 1799 ਈਸਵੀ ਵਿੱਚ ਲਾਹੌਰ ਦੀ ਜਿੱਤ, 1799 ਈਸਵੀ ਵਿੱਚ ਭਸੀਨ ਦੀ ਜਿੱਤ ਅਤੇ 1801 ਈਸਵੀ ਵਿੱਚ ਅੰਮ੍ਰਿਤਸਰ ਦੀ ਜਿੱਤ। ਸੋ ਬੱਚਿਓ ਜੇਕਰ ਤੁਸੀਂ ਇਸ ਸੈਸ਼ਨ ਨੂੰ ਧਿਆਨ ਨਾਲ ਸੁਣਿਆ ਹੋਵੇਗਾ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਅਸਲ ਵਿੱਚ 1799 ਈਸਵੀ ਵਿੱਚ ਲਾਹੌਰ ਦੀ ਜਿੱਤ ਸੀ। ਲਾਹੌਰ ਉੱਤੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ। ਲਾਹੌਰ ਦੇ ਨਿਵਾਸੀਆਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਉਹ ਲਾਹੌਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਵੇ ਕਿਉਂਕਿ ਭੰਗੀ ਸਰਦਾਰ ਉਹਨਾਂ ਨੂੰ ਬਹੁਤ ਤੰਗ ਕਰ ਰਹੇ ਸਨ। ਸੋ ਇਹ ਜਿੱਤ ਮਹਾਰਾਜਾ ਰਣਜੀਤ ਸਿੰਘ ਦੀ ਪਹਿਲੀ ਜਿੱਤ ਸੀ। ਸੋ ਬੱਚਿਓ ਅੱਜ ਦੇ ਇਸ ਸੈਸ਼ਨ ਵਿੱਚ ਬਸ ਇੰਨਾ ਹੀ, ਕਿਉਂਕਿ ਸਮਾਂ ਹੁਣ ਲਗਭਗ ਖਤਮ ਹੋ ਚੁੱਕਾ ਹੈ। ਸੋ ਅਖੀਰ ਵਿੱਚ ਮੈਂ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਪ ਦੇ ਨਾਲ ਨਾਲ ਬੱਚਿਓ ਮੈਂ ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਉਚੇਚੇ ਤੌਰ 'ਤੇ ਸਿੱਖਿਆ ਸਕੱਤਰ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਸੇਵਾ ਦੇ ਯੋਗ ਸਮਝਿਆ ਹੈ। ਸੋ ਅਖੀਰ ਵਿੱਚ ਬੱਚਿਓ ਆਪ ਸਭ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਟੇਕ ਕੇਅਰ ਬੱਚਿਓ, ਆਪਣਾ ਧਿਆਨ ਰੱਖਣਾ ਬੱਚਿਓ।